हाँ जी बच्चों, सारे ही बच्चों ਨੂੰ ਮੇਰੇ ਵੱਲੋਂ ਵਿੰਦਰ ਖਹਿਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਕਿਵੇਂ ਹੋ ਸਾਰੇ ਤੁਸੀਂ? ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਆਪਾਂ ਬੱਚਿਓ ਜਮਾਤ ਤੀਸਰੀ ਵਿਸ਼ਾ ਵਾਤਾਵਰਣ ਸਿੱਖਿਆ ਦਾ ਪਾਠ ਨੰਬਰ 2 ਪੜ੍ਹ ਰਹੇ ਹਾਂ। ਦਾਦਾ ਜੀ ਜਦੋਂ ਜਵਾਨ ਸਨ। ਸੋ ਆਪਾਂ ਇਸ ਨੂੰ ਪੜ੍ਹ ਰਹੇ ਹਾਂ, ਪੜ੍ਹਾਂਗੇ ਹੁਣ ਬੱਚਿਓ। ਰਾਜੂ ਦੇ ਘਰ ਇੱਕ ਪੁਰਾਣੀ ਤਸਵੀਰ ਲੱਗੀ ਹੋਈ ਸੀ। ਇੱਕ ਦਿਨ ਰਾਜੂ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ, ਇਹ ਕਿਸ ਦੀ ਤਸਵੀਰ ਹੈ? ਪਿਤਾ ਜੀ ਨੇ ਕਿਹਾ, ਇਹ ਮੇਰੇ ਪਿਤਾ ਜੀ ਦੀ ਤਸਵੀਰ ਹੈ। ਰਾਜੂ ਹੈਰਾਨ ਹੋ ਕੇ, ਤੁਹਾਡੇ ਪਿਤਾ ਜੀ ਯਾਨੀ ਮੇਰੇ ਦਾਦਾ ਜੀ? ਪਿਤਾ, ਹਾਂ ਬੇਟੇ। ਰਾਜੂ, ਪਰ ਦਾਦਾ ਜੀ ਤਾਂ ਬਹੁਤ ਕਮਜ਼ੋਰ ਹਨ, ਉਹ ਤਾਂ ਤੁਰਦੇ ਵੀ ਸੋਟੀ ਨਾਲ ਹਨ। ਇਹ ਤਾਂ ਬਹੁਤ ਤਕੜਾ ਆਦਮੀ ਜਾਪਦਾ ਹੈ। ਪਿਤਾ, ਬੇਟੇ ਉਹ ਆਪਣੀ ਜਵਾਨੀ ਸਮੇਂ ਬਹੁਤ ਤਕੜੇ ਸਨ, ਹੁਣ ਉਹ ਬੁੱਢੇ ਹੋ ਗਏ ਹਨ। ਫਿਰ ਰਾਜੂ ਪੁੱਛਦਾ ਹੈ, ਤੁਸੀਂ ਵੀ ਬੁੱਢੇ ਹੋ ਜਾਵੋਗੇ? ਪਿਤਾ, ਹਾਂ ਬੇਟੇ, ਮੈਂ ਹੀ ਨਹੀਂ, ਤੇਰੀ ਮਾਤਾ ਵੀ ਸਮੇਂ ਨਾਲ ਬੁੱਢੀ ਹੋ ਜਾਵੇਗੀ, ਪਰ ਤਦ ਤੱਕ ਤੂੰ ਜਵਾਨ ਹੋਵੇਂਗਾ। ਰਾਜੂ ਦਾ ਆਪਣੇ ਦਾਦਾ ਜੀ ਨਾਲ ਬਹੁਤ ਪਿਆਰ ਹੈ। ਘਰ ਵਿੱਚ ਅਖਬਾਰ ਆਉਂਦਾ ਹੈ। ਦਾਦਾ ਜੀ ਦੀ ਨਿਗਾਹ ਕਮਜ਼ੋਰ ਹੋਣ ਕਰਕੇ ਉਹ ਅਖਬਾਰ ਨਹੀਂ ਪੜ੍ਹ ਸਕਦੇ, ਇਸ ਲਈ ਰਾਜੂ ਉਹਨਾਂ ਨੂੰ ਅਖਬਾਰ ਪੜ੍ਹ ਕੇ ਸੁਣਾਉਂਦਾ ਹੈ। ਜਦੋਂ ਦਾਦਾ ਜੀ ਨੂੰ ਪਿਆਸ ਲੱਗਦੀ ਹੈ ਤਾਂ ਰਾਜੂ ਦੌੜ ਕੇ ਉਹਨਾਂ ਲਈ ਪਾਣੀ ਲੈ ਕੇ ਆਉਂਦਾ ਹੈ। ਦਾਦਾ ਜੀ ਵੀ ਰਾਜੂ ਨੂੰ ਬਹੁਤ ਪਿਆਰ ਕਰਦੇ ਹਨ। ਰਾਜੂ ਨੇ ਆਪਣੇ ਦਾਦਾ ਜੀ ਨੂੰ ਕਿਹਾ ਕਿ ਉਸ ਨੂੰ ਬਹੁਤ ਦੁੱਖ ਹੈ ਕਿ ਉਹ ਹੁਣ ਇੰਨੇ ਕਮਜ਼ੋਰ ਹੋ ਗਏ ਹਨ ਅਤੇ ਉਹਨਾਂ ਨੂੰ ਦਿਸਣ ਵੀ ਘੱਟ ਲੱਗ ਪਿਆ ਹੈ। ਦਾਦਾ ਜੀ ਨੇ ਕਿਹਾ ਕਿ ਉਹਨਾਂ ਨੂੰ ਇਸ ਦਾ ਫਿਕਰ ਨਹੀਂ, ਕਿਉਂਕਿ ਰਾਜੂ ਦੇ ਮਾਤਾ ਪਿਤਾ ਉਹਨਾਂ ਦੀ ਬਹੁਤ ਵਧੀਆ ਦੇਖਭਾਲ ਕਰਦੇ ਹਨ। ਸੋ ਪ੍ਰਸ਼ਨ ਹੈ ਬੱਚਿਓ, ਤੁਸੀਂ ਆਪਣੇ ਪਰਿਵਾਰ ਦੇ ਬਜ਼ੁਰਗਾਂ ਲਈ ਕੀ ਕਰਦੇ ਹੋ? ਸੋ ਜੋ ਤੁਸੀਂ ਕਰਦੇ ਹੋ ਉਸ ਬਾਰੇ ਦੱਸਣਾ ਹੈ, ਨਹੀਂ ਤਾਂ ਪ੍ਰਸ਼ਨ ਉੱਤਰ ਭਾਗ 'ਚ ਆਪਾਂ ਇਸ ਨੂੰ ਕਰਾਂਗੇ। ਪਰਿਵਾਰ ਦੇ ਬਜ਼ੁਰਗ ਤੁਹਾਡੇ ਲਈ ਕੀ ਕਰਦੇ ਹਨ? ਠੀਕ ਹੈ, ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਆਪਾਂ ਪ੍ਰਸ਼ਨ ਉੱਤਰ ਭਾਗ 'ਚ ਕਰਾਂਗੇ। ਬਜ਼ੁਰਗਾਂ ਨੂੰ ਸਾਡੀ ਮਦਦ ਦੀ ਲੋੜ ਕਿਉਂ ਪੈਂਦੀ ਹੈ? ਸਰੀਰਕ ਤੌਰ 'ਤੇ ਬੱਚਿਓ ਕੀ ਹੋ ਜਾਂਦੇ ਨੇ? ਕਮਜ਼ੋਰ ਹੋ ਜਾਂਦੇ ਨੇ, ਇਸ ਲਈ ਕੀ ਹੋਇਆ, ਉਹਨਾਂ ਦੀ ਆਪਣੀ ਮਦਦ ਦੀ ਲੋੜ ਪੈਂਦੀ। ਪਰਿਵਾਰ ਦੇ ਬਜ਼ੁਰਗ ਸਾਡੇ ਲਈ ਕੀ ਕਰਦੇ ਨੇ? ਸਾਡੀ ਦੇਖਭਾਲ, ਠੀਕ ਹੈ, ਘਰ ਦੀ ਰਖਵਾਲੀ, ਇਹ ਕੰਮ ਕਰਦੇ ਨੇ। ਅਤੇ ਤੁਸੀਂ ਆਪਣੇ ਪਰਿਵਾਰ ਦੇ ਬਜ਼ੁਰਗਾਂ ਲਈ ਕੀ ਕਰਦੇ ਹੋ? ਉਹਨਾਂ ਦੇ ਕੰਮ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਹੋ। ਠੀਕ ਹੈ ਬੱਚਿਓ। ਸੋ ਇਹ ਪ੍ਰਸ਼ਨ ਅਗਰ ਤੁਸੀਂ ਲਿਖਣਾ ਚਾਹੋ ਲਿਖ ਸਕਦੇ ਹੋ, ਨਹੀਂ ਤਾਂ ਆਪਾਂ ਇਹਨਾਂ ਦੇ ਇਸ ਤੋਂ ਅਗਲੇ ਭਾਗ 'ਚ ਆਪਾਂ ਇਸ ਨੂੰ ਕਰਾਂਗੇ। ਕੁਝ ਲੋਕ ਨਜ਼ਰ ਤੋਂ ਬਿਨਾਂ ਵੀ ਪੜ੍ਹ ਲੈਂਦੇ ਹਨ। ਛੁੱਟੀਆਂ ਵਿੱਚ ਇੱਕ ਦਿਨ ਸੋਨੂ ਅਤੇ ਉਸ ਦੇ ਦੋਸਤ ਬੜਾ ਰੌਲਾ ਪਾ ਰਹੇ ਸਨ। ਉਸ ਦੇ ਚਾਚੇ ਨੇ ਆ ਕੇ ਪੁੱਛਿਆ ਕਿ ਤੁਸੀਂ ਕਿਸ ਗੱਲ 'ਤੇ ਇੰਨਾ ਸ਼ੋਰ ਕਰ ਰਹੇ ਹੋ? ਸੋਨੂ, ਚਾਚਾ ਜੀ, ਅੱਜ ਮਨੋਜ ਬੜੀ ਗੱਪ ਮਾਰੀ ਜਾਂਦਾ ਹੈ। ਚਾਚਾ, ਕੀ ਗੱਪ ਮਾਰ ਰਿਹਾ ਹੈ? ਸੋਨੂ, ਇਹ ਕਹਿੰਦਾ ਹੈ ਕਿ ਇੱਕ ਮੁੰਡੇ ਨੂੰ ਅੱਖਾਂ ਤੋਂ ਬਿਲਕੁਲ ਨਹੀਂ ਦਿਸਦਾ, ਉਹ ਫਿਰ ਵੀ ਕਿਤਾਬਾਂ ਪੜ੍ਹ ਲੈਂਦਾ ਹੈ। ਇੰਜ ਕਿਵੇਂ ਹੋ ਸਕਦਾ ਹੈ? ਹਰਪਾਲ, ਚਾਚਾ ਜੀ, ਅਸੀਂ ਇਸ ਨੂੰ ਕਿਹਾ ਹੈ ਕਿ ਅਸੀਂ ਇਸ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਦਿੰਦੇ ਹਾਂ, ਫਿਰ ਇਹ ਪੜ੍ਹ ਕੇ ਦਿਖਾਵੇ। ਚਾਚਾ, ਕੀ ਕਹਿੰਦੇ ਚਾਚਾ ਜੀ ਅੱਗੋਂ? ਹਾਂ ਬਈ ਮਨੋਜ, ਕੌਣ ਪੜ੍ਹਦਾ ਹੈ ਇੰਜ? ਤੈਨੂੰ ਕਿਸ ਨੇ ਦੱਸਿਆ ਹੈ? ਮਨੋਜ ਜੀ, ਮੈਂ ਛੁੱਟੀਆਂ ਵਿੱਚ ਆਪਣੀ ਭੂਆ ਕੋਲ ਗਿਆ ਸੀ। ਉਹਨਾਂ ਦੇ ਗਵਾਂਢ ਵਿੱਚ ਇੱਕ ਲੜਕਾ ਸੀ, ਉਸ ਨੂੰ ਦਿਸਦਾ ਨਹੀਂ ਸੀ, ਪਰ ਉਹ ਕਿਤਾਬ ਪੜ੍ਹ ਲੈਂਦਾ ਸੀ। ਚਾਚਾ, ਕੀ ਉਸ ਦੀਆਂ ਕਿਤਾਬਾਂ ਤੁਹਾਡੀਆਂ ਕਿਤਾਬਾਂ ਵਰਗੀਆਂ ਸਨ? ਮਨੋਜ, ਨਹੀਂ ਜੀ, ਉਸ ਦੀਆਂ ਕਿਤਾਬਾਂ ਬਹੁਤ ਮੋਟੀਆਂ ਸਨ, ਉਹਨਾਂ ਦੇ ਪੰਨਿਆਂ ਉੱਤੇ ਬਿੰਦੀਆਂ ਜਿਹੀਆਂ ਉੱਭਰੀਆਂ ਹੋਈਆਂ ਸਨ। ਚਾਚਾ, ਫਿਰ ਚਾਚਾ ਕਹਿੰਦਾ, ਹਾਂ ਬੱਚਿਓ, ਮਨੋਜ ਠੀਕ ਕਹਿ ਰਿਹਾ ਹੈ। ਜੋ ਵਿਅਕਤੀ ਵੇਖ ਨਹੀਂ ਸਕਦੇ ਉਹ ਵੀ ਪੜ੍ਹ ਸਕਦੇ ਹਨ, ਪਰ ਉਹਨਾਂ ਦੇ ਪੜ੍ਹਨ ਲਈ ਵਿਸ਼ੇਸ਼ ਪੁਸਤਕਾਂ ਹੁੰਦੀਆਂ ਹਨ। ਬੱਚੇ, ਇਹਨਾਂ ਪੁਸਤਕਾਂ ਦੇ ਅੱਖਰ ਉਹਨਾਂ ਨੂੰ ਕਿਵੇਂ ਦਿਖ ਜਾਂਦੇ ਹਨ? ਚਾਚਾ ਜੀ ਕਹਿੰਦੇ ਹਨ, ਉਹਨਾਂ ਨੂੰ ਅੱਖਰ ਦਿਸਦੇ ਨਹੀਂ, ਬਲਕਿ ਉਹ ਉਂਗਲਾਂ ਦੇ ਪੋਟਿਆਂ ਨਾਲ
ਛੂਹ ਕੇ ਮਹਿਸੂਸ ਕਰਦੇ ਹਨ। ਇਸ ਦੇ ਅੰਦਰ ਬੱਚਿਓ ਕਿਰਿਆ ਹੈ, ਇੱਕ ਬੱਚੇ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਦਿਓ, ਵੱਖ-ਵੱਖ ਬੱਚੇ ਉਸ ਕੋਲ ਜਾਣ ਅਤੇ ਉਹ ਛੂਹ ਕੇ ਉਹਨਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰੇ। ਉਹ ਬਹੁਤ ਸਾਰੇ ਬੱਚਿਆਂ ਨੂੰ ਪਛਾਣ ਲਵੇਗਾ, ਕੁਝ ਬੱਚਿਆਂ ਦਾ ਹਾਸਾ ਨਿਕਲ ਜਾਵੇਗਾ ਜਾਂ ਉਹ ਕੁਝ ਬੋਲ ਪੈਣਗੇ, ਉਹ ਜਲਦੀ ਪਛਾਣੇ ਜਾਣਗੇ। ਇਸ ਤੋਂ ਇਹ ਤੱਥ ਸਾਹਮਣੇ ਆਵੇਗਾ ਕਿ ਜਿਸ ਵਸਤੂ ਨੂੰ ਅਸੀਂ ਦੇਖ ਨਹੀਂ ਸਕਦੇ ਉਸ ਨੂੰ ਅਸੀਂ ਛੂਹ ਕੇ ਜਾਂ ਉਸ ਦੀ ਆਵਾਜ਼ ਤੋਂ ਪਛਾਣ ਸਕਦੇ ਹਾਂ। ਬਿਲਕੁਲ ਬੱਚਿਓ ਇਹ ਹੋ ਸਕਦਾ ਹੈ। ਆਓ ਬ੍ਰੇਲ ਲਿਪੀ ਬਾਰੇ ਜਾਣੀਏ। ਜਿਹੜੀ ਤੁਸੀਂ ਉੱਪਰ ਨਾ ਦੇਖਣ, ਜਿਨ੍ਹਾਂ ਨੂੰ ਅੱਖਾਂ ਤੋਂ ਨਹੀਂ ਦਿਸਦਾ, ਉਹ ਕਿਵੇਂ ਪੜ੍ਹ ਲੈਂਦਾ ਬੱਚਿਓ, ਉਸ ਦੀਆਂ ਜਿਹੜੀਆਂ ਕਿਤਾਬਾਂ ਨੇ ਤੇ ਉਸ ਦੇ ਪੜ੍ਹਨ ਦੀ ਕਿਰਿਆ ਨੂੰ ਬ੍ਰੇਲ ਲਿਪੀ ਕਹਿੰਦੇ ਬੱਚਿਓ। ਕਿਹੜੀ ਲਿਪੀ 'ਚ ਲਿਖੀਆਂ ਹੁੰਦੀਆਂ ਉਹ ਕਿਤਾਬਾਂ? ਬ੍ਰੇਲ ਲਿਪੀ 'ਚ। ਆਓ ਉਸ ਬਾਰੇ ਪੜ੍ਹਦੇ ਹਾਂ ਬੱਚਿਓ। ਲੂਈ ਬ੍ਰੇਲ ਨਾਂ ਦਾ ਇੱਕ ਲੜਕਾ ਸੀ। ਉਸ ਦੀ ਅੱਖ ਵਿੱਚ ਕੋਈ ਤਿੱਖੀ ਚੀਜ਼ ਵੱਜ ਗਈ, ਜਿਸ ਨਾਲ ਉਸ ਦੀਆਂ ਦੋਹਾਂ ਅੱਖਾਂ ਦੀ ਨਿਗਾਹ ਖਤਮ ਹੋ ਗਈ। ਪਰ ਉਸ ਨੂੰ ਪੜ੍ਹਨ ਦਾ ਬੜਾ ਸ਼ੌਕ ਸੀ। ਉਸ ਨੇ ਸੋਚਿਆ ਕਿ ਜਦ ਉਹ ਹੋਰ ਵਸਤਾਂ ਛੂਹ ਕੇ ਪਛਾਣ ਸਕਦਾ ਹੈ ਤਾਂ ਅੱਖਰਾਂ ਨੂੰ ਕਿਉਂ ਨਹੀਂ। ਸੋ ਉਸ ਨੇ ਮੋਟੇ ਕਾਗਜ਼ ਉੱਤੇ ਸੂਆ ਖਵੋ ਕੇ ਹਰ ਅੱਖਰ ਲਈ ਵੱਖ-ਵੱਖ ਬਿੰਦੀਆਂ ਬਣਾਈਆਂ। ਇਹਨਾਂ ਉੱਭਰੀਆਂ ਹੋਈਆਂ ਬਿੰਦੀਆਂ ਉੱਪਰ ਉਂਗਲਾਂ ਦੇ ਪੋਟੇ ਫੇਰ ਕੇ ਉਹਨਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਥੋੜ੍ਹੇ ਜਿਹੇ ਅਭਿਆਸ ਨਾਲ ਅੱਖਰਾਂ ਦੀ ਪਛਾਣ ਆਉਣ ਲੱਗ ਜਾਂਦੀ ਹੈ ਅਤੇ ਇਹਨਾਂ ਕਿਤਾਬਾਂ ਨੂੰ ਪੜ੍ਹਿਆ ਜਾ ਸਕਦਾ ਹੈ। ਇਸ ਤਰ੍ਹਾਂ ਛੂਹ ਕੇ ਪੜ੍ਹੀ ਜਾਣ ਵਾਲੀ ਲਿਪੀ ਨੂੰ ਬ੍ਰੇਲ ਲਿਪੀ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ ਬੱਚਿਓ? ਛੂਹ ਕੇ ਪੜ੍ਹੀ ਜਾਣ ਵਾਲੀ ਲਿਪੀ ਨੂੰ ਬ੍ਰੇਲ ਲਿਪੀ। ਇਸ ਦੀ ਖੋਜ ਕਿਹਨੇ ਕੀਤੀ ਸੀ ਬੱਚਿਓ? ਲੂਈ ਬ੍ਰੇਲ ਨਾਮ ਦੇ ਇੱਕ ਲੜਕੇ। ਆ ਦੇਖ ਰਹੇ ਹੋ ਤੁਸੀਂ, ਆ ਪੁਸਤਕ ਦੇ ਅੰਦਰ ਇੱਥੇ ਜਿਹੜੀਆਂ ਬਿੰਦੀਆਂ ਬਣੀਆਂ ਹੋਈਆਂ ਹਨ, ਇਹ ਬ੍ਰੇਲ ਲਿਪੀ ਨਾਲ ਲਿਖੀ ਹੋਈ ਪੁਸਤਕ ਹੈ। ਇਸ ਤਰ੍ਹਾਂ ਦੀਆਂ ਉਹ ਬਨਾਵਟ ਹੁੰਦੀ ਹੈ। ਇੱਧਰ ਬੱਚੇ ਨੂੰ ਪੜ੍ਹਦੇ ਹੋਏ ਵੀ ਦਿਖਾਇਆ ਗਿਆ ਹੈ। ਤਾਂ ਛੂਹ ਕੇ ਪੜ੍ਹੀ ਜਾਣ ਵਾਲੀ ਲਿਪੀ ਨੂੰ ਕੀ ਕਹਿੰਦੇ ਹਨ ਬੱਚਿਓ? ਛੂਹ ਕੇ ਪੜ੍ਹੀ ਜਾਣ ਵਾਲੀ ਲਿਪੀ ਨੂੰ ਬ੍ਰੇਲ ਲਿਪੀ ਕਹਿੰਦੇ ਹਨ। ਬ੍ਰੇਲ ਲਿਪੀ ਕਿਸ ਨੇ ਤਿਆਰ ਕੀਤੀ? ਤਾਂ ਬ੍ਰੇਲ ਲਿਪੀ ਲੂਈ ਬ੍ਰੇਲ ਨਾਂ ਦੇ ਇੱਕ ਲੜਕੇ ਨੇ ਤਿਆਰ ਕੀਤੀ। ਠੀਕ ਹੈ ਬੱਚਿਓ। ਸੋ ਉਸ ਤੋਂ ਬਾਅਦ ਹੈ ਰਾਜੂ ਜਗਜੀਤ ਦਾ ਦੋਸਤ ਬਣਿਆ। ਗਰਮੀ ਦੀਆਂ ਛੁੱਟੀਆਂ ਵਿੱਚ ਰਾਜੂ ਦੇ ਤਾਇਆ ਜੀ ਦਾ ਪਰਿਵਾਰ ਉਹਨਾਂ ਕੋਲ ਆਇਆ। ਰਾਜੂ ਦੇ ਤਾਏ ਦੇ ਲੜਕੇ ਜਗਜੀਤ ਨੂੰ ਸੁਣਾਈ ਨਹੀਂ ਦਿੰਦਾ। ਬਚਪਨ ਵਿੱਚ ਉਹ ਬਹੁਤ ਬਿਮਾਰ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਸੁਣਨਾ ਬੰਦ ਹੋ ਗਿਆ। ਉਹਨਾਂ ਦਾ ਸਾਰਾ ਪਰਿਵਾਰ ਜਗਜੀਤ ਨਾਲ ਇਸ਼ਾਰਿਆਂ ਨਾਲ ਗੱਲ ਕਰਦਾ ਹੈ। ਰਾਜੂ ਵੀ ਉਸ ਨੂੰ ਇਸ਼ਾਰਿਆਂ ਨਾਲ ਆਪਣੀ ਗੱਲ ਕਹਿਣੀ ਸਿੱਖ ਗਿਆ, ਜਿਸ ਸਦਕਾ ਰਾਜੂ ਵੀ ਜਗਜੀਤ ਨਾਲ ਬਹੁਤ ਦੋਸਤੀ ਪੈ ਗਈ। ਰਾਜੂ ਨੂੰ ਪਤਾ ਲੱਗਿਆ ਕਿ ਜਗਜੀਤ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ। ਉਹ ਬੜਾ ਹੈਰਾਨ ਹੋਇਆ। ਉਸਨੇ ਆਪਣੇ ਤਾਇਆ ਜੀ ਨੂੰ ਪੁੱਛਿਆ ਕਿ ਜਗਜੀਤ ਨੂੰ ਸੁਣਦਾ ਨਹੀਂ, ਫਿਰ ਉਹ ਆਪਣੇ ਅਧਿਆਪਕ ਦੀਆਂ ਗੱਲਾਂ ਕਿਸ ਤਰ੍ਹਾਂ ਸਮਝਦਾ ਹੈ। ਤਾਇਆ ਜੀ ਨੇ ਦੱਸਿਆ ਕਿ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਬੱਚਿਆਂ ਲਈ ਵਿਸ਼ੇਸ਼ ਸਕੂਲ ਹੁੰਦੇ ਹਨ, ਜਿੱਥੇ ਇਸ਼ਾਰਿਆਂ ਦੀ ਭਾਸ਼ਾ ਨਾਲ ਪੜ੍ਹਾਇਆ ਜਾਂਦਾ ਹੈ। ਬਿਲਕੁਲ ਬੱਚਿਓ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਕੂਲ ਹੁੰਦੇ ਹਨ। ਹਰ ਸੈਂਟਰ ਦੇ ਵਿੱਚ ਵੀ ਹੈ। ਤੁਹਾਡੇ ਵੀ ਸਕੂਲ ਦੇ ਨੇੜੇ ਸੈਂਟਰ ਸਕੂਲ ਵਿੱਚ ਇਹਨਾਂ ਬੱਚਿਆਂ ਲਈ ਇੱਕ ਅਧਿਆਪਕ ਦਾ ਵੀ ਵਿਸ਼ੇਸ਼ ਪ੍ਰਬੰਧ ਹੁੰਦਾ ਹੈ। ਕਿਰਿਆ 2, ਅਸੀਂ ਆਪਣੇ ਸੁਨੇਹੇ ਹੋਰਨਾਂ ਤੱਕ ਬੋਲੇ ਬਗੈਰ ਇਸ਼ਾਰਿਆਂ ਰਾਹੀਂ ਪਹੁੰਚਾ ਸਕਦੇ ਹਾਂ। ਹੇਠ ਦਿੱਤੇ ਚਿੱਤਰਾਂ ਵਿੱਚ ਕੁਝ ਕਿਹਾ ਜਾ ਰਿਹਾ ਹੈ, ਪਹਿਚਾਣੋ ਅਤੇ ਲਿਖੋ। ਬੱਚਿਓ ਬਿਲਕੁਲ ਭਾਸ਼ਾ ਦਾ ਤੀਸਰਾ ਰੂਪ ਹੈ। ਭਾਸ਼ਾ ਦੇ ਜਿਹੜੇ 3 ਰੂਪ ਹਨ, ਉਹਨਾਂ 'ਚ ਇੱਕ ਆਉਂਦੀ ਹੈ ਲਿਖਤੀ, ਜਿਹੜੀ ਆਪਾਂ ਲਿਖ ਕੇ ਦੂਜੇ ਨਾਲ ਪ੍ਰਗਟ ਕਰਦੇ ਹਾਂ। ਦੂਜੀ ਆਉਂਦੀ ਹੈ ਬੋਲ ਭਾਸ਼ਾ, ਜਿਹੜੀ ਬੋਲ ਕੇ ਆਪਾਂ ਆਪਦੇ ਵਿਚਾਰਾਂ ਨੂੰ ਪ੍ਰਗਟ ਕਰਦੇ ਹਾਂ। ਅਤੇ ਤੀਸਰੀ ਆਉਂਦੀ ਹੈ ਬੱਚਿਓ ਸੰਕੇਤਕ ਭਾਸ਼ਾ। ਸੰਕੇਤਕ ਭਾਸ਼ਾ ਦਾ ਮਤਲਬ ਆਪਾਂ ਇਸ਼ਾਰੇ ਨਾਲ ਆਪਦੀ ਗੱਲ ਨੂੰ ਦੂਜੇ ਤੱਕ ਪਹੁੰਚਾਉਣੀ। ਦੇਖੋ ਹੁਣ ਇੱਥੇ ਇਸ਼ਾਰਾ ਹੋ ਰਿਹਾ ਹੈ, 3 ਨੇ, ਅਸੀਂ ਜਿੱਤ ਗਏ, ਰੁਕ ਜਾਓ, ਚੁੱਪ ਹੋ ਜਾਓ। ਪਹਿਲੇ ਦੇ ਅੰਦਰ ਉਹ ਕਹਿ ਰਿਹਾ ਹੈ ਹੱਥ ਇਸ ਤਰ੍ਹਾਂ ਕਰਕੇ, ਇਹ ਵਾਲਾ ਰੁਕ ਜਾਓ। ਦੂਜੇ ਦੇ ਅੰਦਰ ਉਹਨੇ ਬੁੱਲਾਂ ਦੇ ਉੱਪਰ ਉਂਗਲੀ ਰੱਖੀ ਆ, ਬੋਲ ਨਹੀਂ ਰਿਹਾ ਬੱਚੇ ਹੋਏ। ਤਿੰਨੇ ਤਸਵੀਰਾਂ ਇਸ਼ਾਰਿਆਂ ਨਾਲ ਸਮਝਾ ਰਹੀਆਂ ਨੇ, ਇਹਦਾ ਮਤਲਬ ਹੈ ਚੁੱਪ ਹੋ ਜਾਓ। ਅਤੇ ਤੀਸਰਾ ਉਹਨੇ V ਦਾ ਨਿਸ਼ਾਨ ਬਣਾਇਆ, ਵਿਕਟਰੀ ਦਾ ਮਤਲਬ ਅਸੀਂ ਜਿੱਤ ਗਏ। ਸੋ ਇਹ ਬੱਚਿਓ ਤੁਸੀਂ ਜਿਹੜਾ ਦੇਖਿਆ ਹੁਣੇ, ਇਹ ਕੀ ਹੈ? ਤਸਵੀਰਾਂ ਦੇ ਨਾਲ
ਇਸ਼ਾਰਿਆਂ ਦੇ ਨਾਲ ਸਮਝਾਇਆ ਜਾ ਸਕਦਾ ਹੈ। ਕਿਰਿਆ 3 ਬੱਚਿਓ, ਜੇਕਰ ਤੁਸੀਂ ਹੇਠ ਲਿਖੇ ਕੰਮ ਕਹਿਣੇ ਹੋਣ ਤਾਂ ਇਸ਼ਾਰਿਆਂ ਨਾਲ ਕਿਵੇਂ ਸਮਝਾਓਗੇ? ਜਮਾਤ ਵਿੱਚ ਆਪਣੇ ਸਹਿਪਾਠੀਆਂ ਨਾਲ ਖੇਡੋ। ਮੈਂ ਪਾਣੀ ਪੀਣਾ ਚਾਹੁੰਦਾ ਹਾਂ, ਤੁਸੀਂ ਐ ਮੂੰਹ ਵੱਲ ਇਸ਼ਾਰਾ ਕਰੋਗੇ ਹੱਥ ਨੂੰ ਬਣਾ ਕੇ। ਮੈਂ ਕੁਝ ਖਾਣਾ ਚਾਹੁੰਦਾ ਹਾਂ ਤਾਂ ਇੱਕ ਹੱਥ ਨੂੰ ਸਿੱਧਾ ਰੱਖ ਕੇ ਦੂਜੇ ਹੱਥ ਨਾਲ ਐ ਜਿਵੇਂ ਆਪਾਂ ਬੁਰਕੀ ਮੂੰਹ 'ਚ ਪਾਉਂਦੇ ਹਾਂ ਉਹ ਇਸ਼ਾਰਾ ਕਰੋਗੇ। ਦੂਰ ਚਲੇ ਜਾਓ, ਅਗਲੇ ਨੂੰ ਹੱਥ ਨੂੰ ਪਰਾਂ ਨੂੰ ਕਰੋਗੇ। ਖੜੇ ਹੋ ਜਾਓ, ਉੱਠਣ ਦਾ ਇਸ਼ਾਰਾ ਕਰੋਗੇ। ਇੱਧਰ ਆਓ, ਆਪਦੇ ਵੱਲ ਬੁਲਾਉਣ ਦਾ ਇਸ਼ਾਰਾ ਕਰੋਗੇ। ਸੋ ਇਹ ਕਿਰਿਆ ਹੈ ਬੱਚਿਓ ਜੋ ਕਲਾਸ ਵਿੱਚ ਕਰਨੀ ਹੈ। ਸੋ ਬਾਕੀ ਇਸ ਦੇ ਜਿਹੜੇ ਪ੍ਰਸ਼ਨ ਉੱਤਰ ਭਾਗ ਹੈ ਉਹ ਆਪਾਂ ਅਗਲੇ ਪਾਠ ਵਿੱਚ ਕਰਾਂਗੇ। ਯਾਦ ਰੱਖਣ ਯੋਗ ਗੱਲਾਂ ਹਨ। ਬੁਢਾਪੇ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ। ਬਰੇਲ ਲਿਪੀ ਨੂੰ ਹੱਥਾਂ ਨਾਲ ਛੂਹ ਕੇ ਪੜ੍ਹਿਆ ਜਾਂਦਾ ਹੈ। ਸਾਨੂੰ ਆਪਣੇ ਬਜ਼ੁਰਗਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਸੋ ਬੱਚਿਓ ਇਹ ਭਾਗ ਆਪਾਂ ਕਰਿਆ। ਸੋ ਉਮੀਦ ਕਰਦਾ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪੜ੍ਹੋਗੇ। ਇਸ ਵਿਚਲੇ ਪ੍ਰਸ਼ਨਾਂ ਉੱਤਰਾਂ ਲਈ ਆਪਾਂ ਅਗਲੀ ਵੀਡੀਓ ਬਣਾਵਾਂਗੇ। ਤਦ ਤੱਕ ਲਈ ਧੰਨਵਾਦ। ਥੈਂਕ ਯੂ।